ਤੁਸੀਂ ਸਾਰਿਆਂ ਨੇ ਦੇਖਿਆ ਜਿਸ ਤਰੀਕੇ ਦੇ ਨਾਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਸਰਨਾ ਭਰਾਵਾਂ ਨੇ ਦਿੱਲੀ ਦੇ ਵਿੱਚ ਇੱਕ ਐਸਾ ਖੇਡ ਰਚਿਆ ਔਰ ਪੂਰੀਆਂ ਕੋਸ਼ਿਸ਼ਾਂ ਕੀਤੀਆਂ ਕਿ ਕਿਸੇ ਤਰੀਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਕਾਬਜ਼ ਹੋ ਜਾਣ। ਉਹਨਾਂ ਨੇ ਪੂਰੀ ਆਪਣੀ ਜ਼ੋਰ ਲਾਤਾ ਪੈਸੇ ਦੇ ਬਲ ਦੇ ਉੱਤੇ ਮੈਂਬਰ ਸਾਹਿਬਾਨ ਨੂੰ ਖਰੀਦਣ ਦੀ ਕੋਸ਼ਿਸ਼ ਕੀਤੀਆਂ ਗਈਆਂ, ਵੱਖ-ਵੱਖ ਲਾਲਚ ਦੇ ਦਿੱਤੇ ਗਏ। ਮਗਰ ਜਿਸ ਵਕਤ ਨਮੋਸ਼ੀ ਉਹਨਾਂ ਦੇ ਹੱਥ ਲੱਗੀ ਹੈ, ਅੱਜ ਇੱਕ ਨਵਾਂ ਔਰ ਕਿਨੋਨਾ ਇਹੋ ਜਿਹਾ ਕੰਮ ਕੀਤਾ ਜਾ ਰਿਹਾ ਜਿਹਦੇ ਨਾਲ ਮੈਂ ਸਮਝਦਾ ਸਮੂਚਾ ਪੰਥ ਸ਼ਰਮਸਾਰ ਵੀ ਹੋਏਗਾ ਔਰ ਸੋਚਣ ਤੇ ਵੀ ਮਜਬੂਰ ਹੋ ਜਾਏਗਾ ਕਿ ਜਿਹੜਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਇਹਨਾਂ ਨੇ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਮੂਲੀਅਤ ਪਾਉਣ ਦਾ, ਅਸੀਂ ਬੜੇ ਹੈਰਾਨ ਸੀ। ਸੋਚਦੇ ਸੀ ਕਿ ਕਿਉਂ, ਇਹ ਕੀ ਕਾਰਨ ਹੋ ਸਕਦਾ ਹੈ ਕਿ ਜਿਹੜੀ 25 ਸਾਲਾਂ ਤੋਂ ਜਥੇਬੰਦੀ ਨੂੰ ਆਪਣੀ ਚਲਾ ਰਹੇ ਹੋਣ, 25 ਸਾਲਾਂ ਤੋਂ ਇੱਕ ਪਾਰਟੀ ਨੂੰ, ਇੱਕ ਪਰਿਵਾਰ ਨੂੰ ਗਾਲਾਂ ਕੱਢ ਰਹੇ ਹੋਣ ਔਰ ਉਹ ਬਿਨਾਂ ਕਿਸੇ ਸ਼ਰਤ ਦੇ, ਬਿਨਾਂ ਕਿਸੇ ਕੰਡੀਸ਼ਨਸ ਦੇ, ਬਿਨਾਂ ਕਿਸੇ ਆਪਣੀਆਂ ਡਿਮਾਂਡਸ ਦੇ ਉਹ ਸਿੱਧਾ ਆਪਣੀ 25 ਸਾਲ ਪੁਰਾਣੀ ਪਾਰਟੀ ਖਤਮ ਕਰਕੇ ਦੂਸਰੀ ਪਾਰਟੀ ਦੇ ਵਿੱਚ ਕਿਉਂ ਸ਼ਾਮਿਲ ਹੋ ਰਹੇ ਹਨ। ਮਗਰ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ, ਇਹਨਾਂ ਦੀ ਪਾਰਟੀ ਦੇ ਵਿੱਚੋਂ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਉਹ ਇੰਨੀ ਹੈਰਾਨੀਜਨਕ ਸੀ ਕਿ ਜਿਹੜੀਆਂ ਅਸੀਂ ਕਰਨਾ ਨਹੀਂ ਚਾਹੁੰਦੇ ਸੀ। ਸਾਨੂੰ ਇਹ ਪਤਾ ਸੀ ਕਿ ਪਿਛਲੇ ਕਾਫੀ ਸਮੇਂ ਦੇ ਉੱਤੇ ਇਹ ਜਿਹੜੇ ਆਪਣੇ ਆਪ ਨੂੰ ਪੰਥਕ ਪਰਿਵਾਰ ਕਹਿਲਾਉਂਦਾ ਹੈ, ਇਸ ਘਰ ਦੀਆਂ ਸਾਰਿਆਂ ਦੀਆਂ ਜਿਹੜੀਆਂ ਹਾਜ਼ਰੀਆਂ ਨੇ ਉਸ ਕਿਤੇ ਨਾ ਕਿਤੇ CBI ਦੇ ਦਫ਼ਤਰ ਦੇ ਵਿੱਚ ਹਾਜ਼ਰੀਆਂ ਭਰੀਆਂ ਜਾ ਰਹੀਆਂ, ED ਦੀਆਂ ਰੇਡਾਂ ਇਹਨਾਂ ਵੱਲ ਹੋ ਰਹੀਆਂ ਇਹਨਾਂ ਦੇ ਪਰਿਵਾਰਾਂ ਦੇ ਵਿੱਚ। ਮਗਰ ਅਸੀਂ ਇਸ ਗੱਲ ਨੂੰ ਲੋਕਾਂ ਦੇ ਅੱਗੇ ਕਰਨ ਤੋਂ ਗੁਰੇਜ਼ ਰੱਖਿਆ ਕਿ ਹਰ ਇੱਕ ਦਾ ਆਪਣਾ ਪਰਿਵਾਰ ਦਾ ਮਸਲਾ ਹੈ। ਮਗਰ ਅੱਜ ਉਸ ਮਸਲੇ ਨੂੰ ਜਿਸ ਤਰੀਕੇ ਦੇ ਨਾਲ ਤੁਸੀਂ ਪੰਥ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੋ ਤੇ ਸਾਡੀ ਵੀ ਮਜਬੂਰੀ ਬਣ ਗਈ ਕਿ ਅੱਜ ਲੋਕਾਂ ਦੇ ਸਾਹਮਣੇ ਇਹ ਗੱਲ ਦੱਸ ਸਕੀਏ ਕਿ ਕਿਸ ਤਰੀਕੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਨੂੰ 10 ਕਰੋੜ ਰੁਪਈਆ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਲੈਣ ਦੀ ਡੀਲ ਕੀਤੀ ਹੈ। ਅੱਜ ਜਿਸ ਤਰੀਕੇ ਦੇ ਨਾਲ ED ਦੀਆਂ ਇਹਨਾਂ ਦੇ ਘਰਾਂ ਦੇ ਵਿੱਚ ਰੇਡਾਂ ਹੋ ਰਹੀ ਹੈ, ਇਹਨਾਂ ਦੇ ਪਰਿਵਾਰਾਂ ਦੇ ਵਿੱਚ ਹੋ ਰਹੀ ਹੈ, ਤੁਸੀਂ ਜਾ ਕੇ, ਮੈਂ ਇੰਜ ਨਹੀਂ ਕਹਿ ਰਿਹਾ, ਇਹ ਤੁਸੀਂ ਜਾ ਕੇ ਪਤਾ ਕਰਾ ਸਕਦੇ ਹੋ CBI ਦੇ ਦਫ਼ਤਰ ਵਿੱਚ ਕਿ 28 ਅਗਸਤ 1 ਸਤੰਬਰ 7 ਸਤੰਬਰ 14 ਸਤੰਬਰ 15 ਸਤੰਬਰ 26 ਸਤੰਬਰ ਲਗਾਤਾਰ ਸਤੰਬਰ ਦਾ ਮਹੀਨਾ 27 ਸਤੰਬਰ ਨੂੰ CBI ਦੇ ਵੱਲ ਇਹਨਾਂ ਦੇ ਪਰਿਵਾਰ ਦੀਆਂ ਪੇਸ਼ੀਆਂ ਹੋ ਰਹੀਆਂ। ED ਦੇ ਦਫ਼ਤਰ ਦੇ ਵਿੱਚ 16 ਸਤੰਬਰ 23 ਸਤੰਬਰ 24 ਸਤੰਬਰ 29 ਸਤੰਬਰ ਔਰ ਪਰਸੋਂ ਦਾ ਦਿਨ 1 ਅਕਤੂਬਰ ਨੂੰ ਵੀ ਲਾਸਟ ਪੇਸ਼ੀ ਹੋਈ ਹੈ। ਇਹ ਸਾਰੀਆਂ ਪੇਸ਼ੀਆਂ ਜਿਹੜੀਆਂ ਸ਼ਰਾਬ ਦੀਆਂ, ਨਸ਼ੇ ਦੀਆਂ ਤਸਕਰੀਆਂ ਹੋ ਰਹੀਆਂ ਔਰ ਉਹਦੇ ਵਿੱਚ ਜਿੱਥੇ ਇਹਨਾਂ ਦੀ ਆਪ ਔਰ ਇਹਨਾਂ ਦੇ ਪਰਿਵਾਰ ਦੇ ਜਿਹੜੇ ਬੱਚੇ ਨੇ ਉਹ ਇਨਵੋਲਵ ਨੇ। ਮੈਂ ਅੱਜ ਫਿਰ ਕਹਾਂਗਾ ਕਿਉਂਕਿ ਇਹ ਪਰਿਵਾਰਾਂ ਦਾ ਮਸਲਾ ਹੈ, ਇਹ ਸਾਨੂੰ ਵਿੱਚ ਉਹਦੇ 'ਚ ਨਹੀਂ ਪੈਣ ਦੀ ਲੋੜ ਸੀ ਕਿਉਂਕਿ ਧੀਆਂ ਬੱਚੇ ਸਾਰਿਆਂ ਦੇ ਸਾਂਝੇ ਹੁੰਦੇ ਆ। ਮਗਰ ਜਦ ਤੁਸੀਂ ਉਸੇ ਪੈਸੇ ਦੇ ਨਾਲ ਪੰਥ ਦੇ ਉੱਤੇ ਕਾਬਜ਼ ਹੋਣ ਦੀ ਕੋਸ਼ਿਸ਼ ਕਰੋ ਤੇ ਵਾਕਈ ਨਮੋਸ਼ੀ ਹੁੰਦੀ ਹੈ। ਔਰ ਅੱਜ ਜਿਸ ਤਰੀਕੇ ਦੇ ਨਾਲ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਨੋਨੀ ਸਾਜ਼ਿਸ਼ ਰਚੀ ਹੈ ਕਿ 10 ਕਰੋੜ ਰੁਪਈਆ ਪਾਰਟੀ ਨੂੰ ਦੇ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਦਿੱਲੀ ਵਿੱਚ ਲੈਣ ਦੀ ਜਿਹੜੀ ਗੱਲ ਚੱਲ ਰਹੀ ਹੈ, ਇਹ ਵਾਕਈ ਇੱਕ ਨਮੋਸ਼ੀਜਨਕ ਔਰ ਇੱਕ ਚੇਤਾਵਨੀ ਪੂਰੀ ਹੈ। ਕਿਉਂਕਿ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਅਗਰ ਤੁਸੀਂ ਪਿਛੋਕੜ ਦੇਖੋਗੇ, ਬਹੁਤ ਕੁਰਬਾਨੀਆਂ ਦੇ ਨਾਲ ਇਹ ਪਾਰਟੀ ਬਣੀ ਸੀ ਔਰ ਇਹਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹਮੇਸ਼ਾ ਰੱਖ ਰਖਾਵ ਦੀ ਗੱਲ ਕੀਤੀ ਸੀ। ਮਗਰ ਅੱਜ ਉਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਕੁਝ ਸਾਲ ਪਹਿਲਾਂ ਇਸੀ ਫੈਕਟਰੀ ਨੂੰ, ਸਰਦਾਰ ਹਰਵਿੰਦਰ ਸਿੰਘ ਸਰਨਾ ਦੇ ਪਰਿਵਾਰ ਦੀ ਫੈਕਟਰੀ ਨੂੰ, ਜਿਹੜੀ ਸ਼ਰਾਬ ਦੀ ਫੈਕਟਰੀ ਹੈ, ਉਹਨੂੰ ਬੰਦ ਕਰਾਉਣ ਵਾਸਤੇ ਜਿੱਥੇ ਧਰਨੇ ਦਿੰਦੇ ਰਹੇ, ਜਿੱਥੇ ਆਵਾਜ਼ ਚੁੱਕਦੇ ਰਹੇ, ਅੱਜ ਉन्हीं ਲੋਕਾਂ ਦੇ ਨਾਲ ਮਿਲ ਕੇ ਅੱਜ ਇਹ ਪੰਥ ਨੂੰ ਇਕੱਠਾ ਕੀਤਾ ਜਾ ਰਿਹਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿਉਂਕਿ ਜਿਹੜੇ ਇਹਨਾਂ ਦੇ ਕੇਸ ਖੁੱਲੇ ਹੈ, ਇਹਨਾਂ ਦੇ ਪਰਿਵਾਰ ਦੇ, ਇਹਨਾਂ ਦੀ ਬੇਟੀ ਖਾਸ ਤੌਰ ਤੇ ਔਰ ਇਹਨਾਂ ਦਾ ਬੇਟਾ ਜਿਹੜੇ ਰੋਜ਼ ਹਾਜ਼ਰੀਆਂ ਭਰ ਰਹੇ ਨੇ ED ਦੇ ਦਫ਼ਤਰਾਂ 'ਚ, ਇਹ ਅਰੈਸਟ ਹੋਣ ਤੋਂ ਬਚ ਨਹੀਂ ਸਕਦੇ ਕਿਉਂਕਿ ਦਿੱਲੀ ਦੇ ਵਿੱਚ ਜਿਹੜਾ ਐਕਸਾਈਜ਼ ਦਾ ਗਫਲਾ ਹੋਇਆ, ਬਹੁਤ ਵੱਡੀ ਇਨਵੋਲਵਮੈਂਟ ਇਹਨਾਂ ਦੀ ਉਹਦੇ ਵਿੱਚ ਹੈ। ਮਗਰ ਇਹ ਉਸ ਨੂੰ ਉੱਥੋਂ ਬਚਣ ਵਾਸਤੇ ਅੱਜ ਇਹਨੂੰ ਪੰਥਕ ਝੋਲਾ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ
कि असी पंथ का झोला पा लीए, अज कौम की पार्टी साडे नाल खड़े हो जाए और पंजाब के लोग कहन कि जी अगर सानू अरेस्ट करते हैं, साडे परिवार चों किसी नूं अरेस्ट करते हैं तो ये कह देण कि साडे नाल इहो जी राजनीति की जा रही है, क्योंकि असी अज धर्म की गल करन लग पे हाँ, असी अज बंदी ਸਿੰਘਾਂ की गल कर रहे हैं, अज असी फलाणे मुद्दे के उत्ते पंथ की गल कर रहे हैं। सो मैं समझदा कि अज सरदार सुखबीर सिंह बादल साहब नूं भी इस गल के उत्ते जवाब देना चाहिए संगत नूं कि कैसी किहड़ी ऐसी मजबूरी हो गई ਜਿਹੜੇ ਲੋਕਾਂ ਨੂੰ ਦਿੱਲੀ ਦੀ ਸੰਗਤ ਨੇ ਨਕਾਰਤਾ, ਜਿਹੜੇ ਲੋਕਾਂ ਨੂੰ ਉਹਨਾਂ ਨੂੰ ਘਰਾਂ 'ਚ ਬਿਠਾਤਾ ਗਿਆ ਔਰ ਅੱਜ ਤੁਸੀਂ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਮੂਲੀਅਤ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਹਿਮ ਜ਼ਿੰਮੇਵਾਰੀ ਦੇਣ ਦੀ ਗੱਲ ਕਰ ਰਹੇ ਹੋ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ, ਤੁਸੀਂ ਇਹ ਗੱਲ ਦੱਸੋ ਕਿ ਜਿਹੜੀ ਪਾਰਟੀ ਪਿਛਲੇ 25 ਸਾਲਾਂ ਤੋਂ ਤੁਹਾਡੇ ਉੱਤੇ ਦੋਸ਼ ਲਾ ਰਹੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਬੇਅਦਬੀਆਂ ਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਚੋਰੀਆਂ ਦੇ, ਤੁਹਾਡੇ ਉੱਤੇ ਦੋਸ਼ ਲਾਏ ਗਏ ਕਿ ਡਰੱਗਸ ਮਾਫੀਆ ਦੇ, ਸੈਂਡ ਮਾਫੀਆ ਦੇ, ਕਿਆ ਅੱਜ ਤੁਸੀਂ ਉਸੇ ਪਰਿਵਾਰ ਨੂੰ ਆਪਣੇ ਨਾਲ ਝੋਲੀ ਦੇ ਵਿੱਚ ਬਿਠਾ ਕੇ ਕਿਹੜਾ ਐਸਾ ਪੰਥਕ ਕਾਰਜ ਕਰਨ ਜਾ ਰਹੇ ਹੋ? ਇਹ ਬਹੁਤ ਵੱਡੀ ਸੰਗਤ ਦੀ ਇੱਕ ਅੱਜ ਮੈਂ ਸਮਝਦਾ ਕਿ ਡਿਮਾਂਡ ਹੈ ਕਿ ਇਹਦਾ ਖੁਲਾਸਾ ਜ਼ਰੂਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਕਰਨਾ ਚਾਹੀਦਾ ਔਰ ਸਰਨਾ ਭਰਾਵਾਂ ਨੂੰ ਵੀ ਇਹ ਦੱਸਣਾ ਚਾਹੀਦਾ ਕਿ ਅੱਜ ਅਸੀਂ ਇਸ ਕਾਰਨ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਿਲ हो रहे हैं कि सानू पंथ लिए कोई ਇਹੋ ਜਿਹੀ ਵੱਡੀ ਗੱਲ करनी है, क्योंकि जिस वक्त पंथ ते पीड़ा पई, पंथ नूं लोड़ सी, ताते तुसीं इन्हां नूं पंथ दे गद्दार कहंदे रहे। अज तुहाडे परिवार नूं लोड़ पै गई ते तुसीं सारियां पंथक जिहड़ियां गल्लां उन्हां नूं छिक्के टंग के अज इन्हां दी गोदी पैण जा रहे हो। सो जिहड़ा तुसीं खिलवाड़ संगत दे नाल कर रहे हो पिछले कई सालों तो, अज ਉਹਦੇ ਵਿੱਚ पार्टी भी ਤੁਹਾਡੇ ਵਿੱਚ ਵੱਡੀ पार्टी ਤੁਹਾਡੇ ਨਾਲ ਸ਼ਮੂਲੀਅਤ ਹੋਣ ਜਾ ਰਹੀ ਹੈ। तो ਤੁਹਾਡੇ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਇਸ ਗੱਲ ਦਾ ਖੁਲਾਸਾ ਕਰੋ ਸੰਗਤ ਦੇ ਅੱਗੇ ਔਰ ਸੰਗਤ ਨੂੰ ਦੱਸੋ ਕਿ ਕਿਹੜੀ ਮਜਬੂਰੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਬਣ ਗਈ। ਔਰ ਨਾਲ ਮੈਂ ਧਾਮੀ ਸਾਹਿਬ ਨੂੰ ਵੀ ਕਹਾਂਗਾ ਕਿ ਤੁਹਾਡੇ ਜਿਸ ਵਕਤ ਤੁਹਾਨੂੰ ਬਣਾਇਆ ਸੀ ਪ੍ਰਧਾਨ ਦੇ, ਲੋਕਾਂ ਦੀਆਂ ਬਹੁਤ ਆਸਥਾਵਾਂ ਸੀ ਕਿ ਪੜ੍ਹੇ ਲਿਖੇ ਸੂਝਵਾਨ ਬੰਦੇ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾਇਆ ਗਿਆ, ਮਗਰ ਤੁਸੀਂ ਕੋਈ ਐਸਾ ਕਾਰਜ ਨਹੀਂ ਕੀਤਾ ਜਿਹਦੇ ਕਰਕੇ ਤੁਸੀਂ ਇਹੋ ਜਿਹੇ ਲੋਕਾਂ ਨੂੰ ਆਪਣੇ ਤੋਂ ਗੁਰੇਜ਼ ਕਰਨ ਦੀ ਕੋਸ਼ਿਸ਼ ਕਰੋ ਔਰ ਤੁਸੀਂ ਅੱਜ ਉਹਨਾਂ ਲੋਕਾਂ ਨੂੰ ਦਿੱਲੀ ਦੇ ਵਿੱਚ ਕੋਈ ਜ਼ਿੰਮੇਵਾਰੀਆਂ ਦੇ ਕੇ ਧਰਮ ਪ੍ਰਚਾਰ ਦੀ ਜਿਹੜੀ ਗੱਲ ਕਰ ਰਹੇ ਹੋ, ਮੈਂ ਸਮਝਦਾ ਕਿ ਇਸ ਤੋਂ ਵੱਡਾ ਕਾਨੂੰਨਾ ਮਜ਼ਾਕ ਤੁਸੀਂ ਕੌਮ ਦੇ ਨਾਲ ਨਹੀਂ ਕਰ ਸਕਦੇ। ਸੋ ਅਸੀਂ ਮੀਡੀਆ ਰਾਹੀਂ ਬੇਨਤੀ ਵੀ ਕਰਾਂਗੇ ਸਮੁੱਚੇ ਪੰਥ ਨੂੰ ਕਿ ਅੱਜ ਵੀ ਜਾਗਣ ਦਾ ਸਮਾਂ ਹੈ, ਅੱਜ ਵੀ ਇਹਨਾਂ ਕੋਲ ਸਵਾਲ ਪੁੱਛਣ ਦਾ ਸਮਾਂ ਹੈ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਅੱਜ ਪੈਸਿਆਂ ਦੇ ਲੈ ਕੇ, ਕਿਉਂਕਿ ਅੱਜ ਅਕਾਲੀ ਦਲ ਨੂੰ ਚਲਾਉਣ ਵਾਸਤੇ ਜਿਹੜੀ ਆਂਕੜਾ ਆ ਰਹੀ ਹੈ ਉਹਨੂੰ ਪੂਰੀ ਕਰਨ ਵਾਸਤੇ ਸ਼ਾਇਦ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਕੋਈ ਮਜਬੂਰੀ ਬਣ ਗਈ ਹੋਏ, ਮਗਰ ਮੈਂ ਸਮਝਦਾ ਕਿ ਪੰਥ ਦੀ ਕਿਹੜੀ ਐਸੀ ਮਜਬੂਰੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਸੀ ਕਿਹੜੀ ਮਜਬੂਰੀ ਬਣ ਗਈ ਕਿ ਜਿਹੜੀ ਇਹਨਾਂ ਲੋਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਦੇਣ ਦੀ ਅੱਜ ਕੱਲ੍ਹ ਚਰਚਾਵਾਂ ਸ਼ੁਰੂ ਹੋ ਗਈ ਹੈ। ਸੋ ਮੈਂ ਸਮਝਦਾ ਕਿ ਜਿਨ੍ਹਾਂ ਲੋਕਾਂ ਨੂੰ ਸੰਗਤਾਂ ਨੇ, ਦਿੱਲੀ ਦੀ ਸੰਗਤ ਨੇ ਨਕਾਰ ਕੇ ਘਰ ਬਿਠਾਇਆ, ਉਹਨਾਂ ਨੂੰ ਚਾਹੀਦਾ ਕਿ ਅਸੀਂ 4 ਸਾਲ ਵੇਟ ਕਰੀਏ, ਕਮੇਟੀਆਂ ਨੂੰ ਕੰਮ ਕਰਨ ਦਈਏ ਔਰ ਕੰਮ ਕਰਨ ਤੋਂ ਬਾਅਦ ਦੁਬਾਰਾ ਸੰਗਤ ਦੇ ਵਿੱਚੋਂ ਚੁਣ ਕੇ ਆਈਏ ਤਾਂ ਅਸੀਂ ਇਹੋ ਜਿਹੇ ਕੋਈ ਫੈਸਲੇ ਲੈ ਸਕੀਏ। ਮੈਂ ਮੀਡੀਆ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਨੂੰ ਵੀ ਬੇਨਤੀ ਕਰਾਂਗਾ ਕਿ ਤੁਸੀਂ ਬਹੁਤ ਵੱਡੀ ਜਿਹੜੀ ਲੜਾਈ ਲੜ ਰਹੇ ਹੋ ਕਰਪਸ਼ਨ ਦੇ ਖਿਲਾਫ, ਤੁਸੀਂ ਬਹੁਤ ਵੱਡੀ ਅਹਿਮ ਮੁਹਿੰਮ ਪੰਜਾਬ ਦੇ ਵਿੱਚ ਛੇੜੀ ਹੈ। ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਜਿਹੜੀ ਇਹ ਕਰਪਸ਼ਨ ਹੋ ਰਹੀ ਹੈ, ਜਿਹਦਾ ਲੈਣ ਦੇਣ ਪੈਸਿਆਂ ਦਾ ਪੰਜਾਬ ਦੀ ਧਰਤੀ ਦੇ ਉੱਤੇ ਹੋਇਆ, ਇਹਦੀ ਤਹਿਕੀਕਾਤ ਕਰਾਓ। ਇਹਨਾਂ ਜਿਹੜੇ ਨਸ਼ੇ ਵੰਡਣ ਵਾਲੇ ਜਿਹੜੇ ਤਸਕਰੀਆਂ ਕਰ ਰਹੇ ਹੈ ਸ਼ਰਾਬ ਦੀਆਂ, ਇਹਨਾਂ ਦੇ ਉੱਤੇ ਠੱਲ ਪਾਈ ਜਾ ਸਕੇ ਔਰ ਇਹ ਲੋਕ ਜਿਹੜੇ ਕੌਮ ਦੇ ਨਾਲ ਖਿਲਵਾੜ ਕਰ ਰਹੇ ਹੈ ਇਹਨਾਂ ਨੂੰ ਰੋਕਣ ਵਾਸਤੇ ਅਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਬੇਨਤੀ ਕਰਾਂਗੇ। ਸਾਡਾ ਡੈਲੀਗੇਸ਼ਨ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਜਾ ਕੇ ਮਿਲੇਗਾ ਔਰ ਪੂਰੀ ਇਸ ਗੱਲ ਦੇ ਉੱਤੇ ਪਹਿਰਾ ਦਿਆਂਗੇ ਕਿ ਕੌਮ ਦੇ ਲੋਕ ਜਿਹੜੇ ਨਸ਼ਿਆਂ ਦੇ ਨਾਲ ਲਿਪਤ ਨੇ ਅੱਜ ਕੌਮ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਨਾ ਪਹੁੰਚ ਸਕਣ। ਠੀਕ ਹੈ ਜੀ। ਜਿਹੜਾ ਤੁਸੀਂ 10 ਕਰੋੜ ਰੁਪਏ ਦੀ ਗੱਲ ਕੀਤੀ, ਇਸ ਗੱਲ ਦਾ ਕੋਈ ਸਬੂਤ ਹੈ? ਦੇਖੋ ਸਬੂਤ ਸਾਹਮਣੇ ਆ ਜਾਂਦੇ ਆ। ਕੁਝ ਦਿਨ ਪਹਿਲੇ ਮੈਂ ਤੁਹਾਡੇ ਨੂੰ ਹੀ ਇੰਟਰਵਿਊ ਦਿੱਤੀ ਸੀ ਔਰ ਮੈਂ ਕਿਹਾ ਸੀ ਕਿ ਜਿਹੜੇ ਇਹਨਾਂ ਦੇ ਪਰਸਨਲ ਏਜੰਡੇ ਨੇ ਉਹ ਬੜੇ ਜਲਦੀ ਸਾਹਮਣੇ ਆ ਜਾਣਗੇ। ਸਾਨੂੰ ਇਹਨਾਂ ਦੇ ਬੰਦਿਆਂ ਨੇ ਹੀ ਦੱਸਿਆ, ਇਹਨਾਂ ਦੀ ਪਾਰਟੀ ਦੇ ਮੈਂਬਰਾਂ ਨੇ ਸਾਰੀਆਂ ਗੱਲਾਂ ਦੱਸੀਆਂ ਕਿ ਇਹ ਜਿਹੜਾ ਕੁਝ ਹੋਣ ਜਾ ਰਿਹਾ, ਨਾ ਸਾਡੀ ਕੋਈ ਸਰਨਾ ਸਾਹਿਬ ਦੇ ਨਾਲ ਗੱਲਬਾਤ ਹੈ ਤੇ ਨਾ ਹੀ ਸਾਡੀ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲਬਾਤ ਹੈ। ਮਗਰ ਮੈਂ ਇੱਕ ਸਵਾਲ ਬਾਰ-ਬਾਰ ਇਹ ਪੁੱਛ ਰਿਹਾ ਕਿ ਇਹ ਗੱਲ ਦਾ ਸਪਸ਼ਟੀਕਰਨ ਦੱਸ ਦਿਓ ਕਿ ਪਿਛਲੇ 24 ਸਾਲਾਂ ਤੋਂ 1998 ਦੇ ਵਿੱਚ ਤੁਸੀਂ ਪਾਰਟੀ ਬਣਾਈ,
ਅੱਜ ਤੁਸੀਂ ਬਿਨਾਂ ਕਿਸੇ ਸ਼ਰਤ, ਬਿਨਾਂ ਕਿਸੇ ਕੰਡੀਸ਼ਨ, ਬਿਨਾਂ ਕਿਸੇ ਚੀਜ਼ ਦੇ ਜਿਹੜੀ ਪਬਲਿਕਲੀ ਨਹੀਂ ਕਰ ਪਾ ਰਹੇ, ਤੇ ਇਹਦੇ ਪਿੱਛੇ ਕੋਈ ਨਾ ਕੋਈ ਤੇ ਹਿਡਨ ਏਜੰਡਾ ਹੈ ਤੁਹਾਡਾ। ਉਹ ਏਜੰਡਾ ਕੀ ਹੈ? ਔਰ ਜਿਹੜੀਆਂ ਮੈਂ ਤਰੀਕਾ ਦੱਸ ਰਿਹਾ, ਇਹ ਜਾ ਕੇ ਤੁਸੀਂ ਈਡੀ ਦੇ ਦਫ਼ਤਰ ਵੀ ਚੈੱਕ ਕਰ ਸਕਦੇ ਹੋ, CBI ਦੇ ਦਫ਼ਤਰ ਦੇ ਵੀ ਚੈੱਕ ਕਰ ਸਕਦੇ ਹੋ ਕਿ ਕਿਆ ਇਹਨਾਂ ਦੇ ਬੱਚਿਆਂ ਦੀ ਉੱਥੇ ਹਾਜ਼ਰੀਆਂ ਲੱਗ ਰਹੀਆਂ ਕਿ ਨਹੀਂ ਲੱਗ ਰਹੀਆਂ। ਸੋ ਇਹ ਦੁਨੀਆ ਦੇ ਅੱਗੇ ਸਾਹਮਣੇ ਜੱਗ ਜ਼ਾਹਿਰ ਹੋ ਗਿਆ, ਐਕਸਪੋਜ਼ ਹੋ ਗਏ ਨੇ ਇਹ ਲੋਕ ਕਿ ਕਿਸ ਤਰੀਕੇ ਦੇ ਨਾਲ ਨਸ਼ਿਆਂ ਦਾ ਪੈਸਾ ਵਰਤ ਕੇ ਇਹ ਪੰਥ ਦਾ ਚੋਲਾ ਪਾਉਣਾ ਚਾਹੁੰਦੇ ਨੇ, SGPC ਨੂੰ ਵਰਤਣਾ ਚਾਹੁੰਦੇ ਨੇ। ਔਰ ਅੱਜ ਵਰਨਾ ਇਹਨਾਂ ਦੇ ਜਿਹੜੇ ਸਾਥੀ ਸੀ, ਅੱਜ ਜ਼ਿਆਦਾਤਰ ਸਾਥੀ ਇਹਨਾਂ ਦੇ ਘਰ ਬੈਠ ਗਏ ਨੇ, ਐਸੀ ਕਰਕੇ ਇਹਨਾਂ ਦੇ ਨਾਲ ਸਾਥ ਚੱਲਣ ਨੂੰ ਤਿਆਰ ਨਹੀਂ ਨੇ, ਕਿਉਂਕਿ ਉਹਨਾਂ ਨੂੰ ਵੀ ਪਤਾ ਹੈ ਕਿ ਇਹ ਬਿਨਾਂ ਕਿਸੇ ਏਜੰਡੇ ਦੇ ਗਏ ਨੇ ਤੇ ਇਹਨਾਂ ਦਾ ਆਪਣਾ ਪਰਸਨਲ ਕੋਈ ਨਾ ਕੋਈ ਮੋਟਿਵ ਹੋਏਗਾ। ਇੱਕ ਸਵਾਲ ਇਹ ਹੈ ਕਿ ਜਿਵੇਂ DSGMC ਜਿਹੜੀ ਹੈ ਉਹ ਦਿੱਲੀ ਤੋਂ ਬਾਹਰ ਵੀ ਹੁਣ ਆਪਣੇ ਕਾਰਜਖੇਤਰ ਦਾ ਵਿਸਤਾਰ ਕਰ ਰਹੀ ਹੈ, ਕੀ ਲੱਗਦਾ ਹੈ ਕਿ ਉਸ ਦੀ ਵਜ੍ਹਾ ਕਰਕੇ ਇੱਕ SGPC ਦੇ ਵਿੱਚ ਇੱਕ ਇਨਸਿਕਿਉਰਿਟੀ ਹੈਗੀ ਹੈ ਔਰ ਇਸ ਨੂੰ ਲੈ ਕੇ ਇਹ ਜਿਹੜਾ ਨਵਾਂ ਕੋalition ਬਣ ਰਿਹਾ ਹੈ? ਦੇਖੋ, ਅਗਰ ਇਹੋ ਜਿਹੀ ਕੋਈ ਇਨਸਿਕਿਉਰਿਟੀ ਹੈ ਤੇ SGPC ਨੂੰ ਪਹਿਲੇ ਤੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਹੈ। ਜੇ ਨਹੀਂ ਕਰਦੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਆਪਣੇ ਸਿਪਾਹੀ ਦਿੱਲੀ ਦੇ ਵਿੱਚ ਜਿੱਤੇ ਹੋਏ ਮੈਂਬਰ ਹੈਗੇ ਆ, ਉਹਨਾਂ ਤੇ ਕਿਆ ਉਹਨਾਂ ਨੂੰ ਭਰੋਸਾ ਨਹੀਂ ਹੈ? ਉਹਨਾਂ ਦੇ 2 ਮੈਂਬਰ ਇੱਥੇ ਨੇ, SGPC ਦਾ ਪ੍ਰਧਾਨ ਦਿੱਲੀ ਕਮੇਟੀ ਦਾ ਮੈਂਬਰ ਹੈ, SGPC ਦੀ ਟੀਮ ਆ ਸਕਦੀ ਹੈ, SGPC ਦਾ ਦਫ਼ਤਰ ਇੱਥੇ ਖੁੱਲਿਆ ਹੋਇਆ ਹੈ ਪ੍ਰਚਾਰ ਪ੍ਰਸਾਰ ਕਰਨ ਨੂੰ। ਕਿਆ ਸਰਨਾ ਭਰਾ ਮਿਲ ਗਏ ਨੇ? ਔਰ ਉਹ ਭਰਾ ਜਿਹੜੇ ਰੋਜ਼ ਆਪ ਉਹਨਾਂ ਦੇ ਪਰਿਵਾਰ ਦੇ ਬੰਦੇ ਦਫ਼ਤਰਾਂ ਦੇ ਵਿੱਚ ਤਸਕਰੀਆਂ ਲਈ ਨਸ਼ਿਆਂ ਦੀ ਜਾਂਦੇ ਨੇ, ਕਿਆ ਇਹੋ ਜਿਹੇ ਬੰਦਿਆਂ ਨੂੰ ਆਪਾਂ ਪੰਥਕ ਚਿਹਰੇ ਬਣਾ ਕੇ ਦਿੱਲੀ ਦੇ ਵਿੱਚ ਵਿਚਰਨਾ ਹੈ? ਇਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਜਵਾਬ ਦੇਣ। ਪਰਮੇਸ਼ ਸਿੰਘ ਜੀ, ਜਿਵੇਂ ਤੁਸੀਂ ਕਿਹਾ ਕਿ ਉਹਨਾਂ ਦੇ ਹੀ ਟੀਮ ਦੇ ਬੰਦਿਆਂ ਨੇ ਤੁਹਾਨੂੰ 10 ਕਰੋੜ ਦੀ ਗੱਲ ਦੱਸੀ ਹੈ, ਤੇ ਨੈਚੁਰਲੀ ਗੱਲ ਹੈ ਕਿ ਉਹਨਾਂ ਦੇ ਮੈਂਬਰ ਤੁਹਾਡੇ ਟੱਚ 'ਚ ਨੇ। ਕੀ ਅਕਾਲੀ ਦਲ ਬਾਦਲ ਵਿੱਚ ਮਰਜ ਹੋਣ ਜਾ ਰਹੇ ਨੇ, ਮੈਂਬਰ ਸਹਿਮਤ ਨੇ ਉਹਨਾਂ ਦੀ ਪਾਰਟੀ? ਦੇਖੋ, ਇਹ ਤੇ ਮੈਂ ਬਾਰ-ਬਾਰ ਕਵਾਂਗਾ, ਮੀਡੀਆ ਦੇ ਲੋਕਾਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਨਾਂ ਦੇ ਮੈਂਬਰਾਂ ਕੋਲ ਪੁੱਛਣ ਕਿ ਕਿਆ ਉਹਨਾਂ ਕੋਲੋਂ ਰਜ਼ਾਮੰਦੀ ਲਈ ਗਈ ਹੈ, ਕਿਆ ਉਹਨਾਂ ਦੀ ਸਲਾਹ ਹੋਈ ਹੈ। ਇਹ ਸਿਰਫ ਪਰਿਵਾਰ ਦੇ ਵਿੱਚ ਬੈਠ ਕੇ ਫੈਸਲਾ ਹੋਇਆ ਕਿਉਂਕਿ ਉਹਨਾਂ ਨੂੰ ਨਜ਼ਰ ਆ ਰਿਹਾ ਹੈ ਕਿ ਸਰਦਾਰ ਹਰਵਿੰਦਰ ਸਿੰਘ ਸਰਨਾ ਨੂੰ ਬਿਲਕੁਲ ਨਜ਼ਰ ਆ ਰਿਹਾ ਹੈ ਕਿ ਮੇਰੇ ਬੱਚਿਆਂ ਦੀ ਗ੍ਰਿਫਤਾਰੀ ਬਿਲਕੁਲ ਤੈਅ ਹੋ ਚੁੱਕੀ ਹੈ, ਔਰ ਅਗਰ ਮੈਂ ਉਸ ਤੋਂ ਬਚਣਾ ਹੈ ਤਾਂ ਮੈਂ SGPC ਦਾ ਚੋਲਾ ਪਾ ਲਵਾਂ, ਮੈਂ SGPC ਦੀ ਕੋਈ ਵੱਡੀ ਅਹੁਦੇਦਾਰੀ ਲੈ ਕੇ ਦਿੱਲੀ 'ਚ ਬੈਠਾਂਗਾ ਤੇ ਮੇਰੇ ਤੇ ਸ਼ਾਇਦ ਸਰਕਾਰਾਂ ਹੱਥ ਪਾਉਣ ਤੋਂ ਪਹਿਲੇ 4 ਵਾਰ ਸੋਚਣ। ਇਹ ਉਸ ਨਜ਼ਰੀਏ ਦੇ ਨਾਲ ਸਟੈਪ ਚੁੱਕਿਆ ਜਾ ਰਿਹਾ। ਠੀਕ ਹੈ ਜੀ। ਇੱਕ ਸਵਾਲ ਹੋਰ ਹੈਗਾ, ਕੀ ਲੱਗਦਾ ਕਿ ਇਸ ਪੰਥਕ ਦੇ ਵਿੱਚ ਜਿਹੜਾ ਆ ਜਿਹੜਾ ਰਾਜਨੀਤੀਕਰਨ ਦਾ ਬਹੁਤ ਜ਼ਿਆਦਾ ਜਿਹੜਾ ਇਸ ਮਾਮਲੇ ਦਾ ਹੋ ਗਿਆ ਯਾਰ, issue ਅੱਜ ਤੱਕ ਇਲਜ਼ਾਮਾਤ ਜਿਹੜੇ ਨੇ ਉਹ ਅਕਾਲੀ ਦਲ ਦੇ ਉੱਤੇ ਬੇਅਦਬੀਆਂ ਦੇ ਲੱਗਦੇ ਰਹੇ ਨੇ, ਜਿਹੜੇ ਕਿ ਸਰਨਾ ਸਾਹਿਬ ਵੱਲੋਂ ਦੁਬਾਰਾ ਪੁੱਛੋਗੇ ਮੇਰਾ? ਲੱਗਦਾ ਕਿ ਸਿਆਸਤ ਜਿਹੜੀ ਹੈ ਉਹ ਜ਼ਿਆਦਾ ਹਾਵੀ ਹੋ ਰਹੀ ਹੈ, ਜਿਹੜੀ ਆਪਣਾ ਸਿੱਖ ਸਿਆਸਤ ਦੇ ਵਿੱਚ ਆਪਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ, ਕਿਉਂਕਿ ਪਹਿਲਾਂ ਇਲਜ਼ਾਮਾਤ ਜਿਹੜੇ ਨੇ ਉਹ ਹਮੇਸ਼ਾ ਸਰਨਾ ਪ੍ਰਬੰਧਕ ਵੱਲੋਂ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਰਹੇ ਨੇ ਬੇਅਦਬੀਆਂ ਦੇ। ਦੇਖੋ, ਤੁਸੀਂ ਬਿਲਕੁਲ ਮੈਂ ਤੁਹਾਡਾ ਸਾਰਾ ਸਵਾਲ ਸਮਝ ਗਿਆ। ਜੋ ਤੁਸੀਂ ਕਹਿ ਰਹੇ ਹੋ ਬਿਲਕੁਲ ਠੀਕ ਕਹਿ ਰਹੇ ਹੋ, ਔਰ ਰਾਜਨੀਤੀ ਵਾਕਈ ਹੀ ਭਾਰੀ ਹੋ ਰਹੀ ਹੈ ਧਰਮ ਦੀ ਸਿਆਸਤ ਦੇ ਉੱਤੇ। ਧਰਮ ਦੇ ਉੱਤੇ ਰਾਜਨੀਤਿਕ ਨੂੰ ਭਾਰੀ ਕਰਨ ਦਾ ਸਾਰਾ ਸ਼੍ਰੇਅ ਸ਼੍ਰੋਮਣੀ ਅਕਾਲੀ ਦਲ ਦਾ ਜਾਂਦਾ ਹੈ। ਮੈਂ ਤੁਹਾਨੂੰ ਇਸ ਕਰਕੇ ਕਹਿ ਸਕਦਾ ਕਿਉਂਕਿ ਜਿਸ ਵਕਤ ਅਸੀਂ ਸ਼੍ਰੋਮਣੀ ਅਕਾਲੀ ਦਲ ਤੋਂ ਇਲੈਕਸ਼ਨ ਜਿੱਤ ਕੇ ਆਏ ਸੀ, ਸਾਡੇ ਉੱਤੇ ਵੀ ਇਹੋ ਜਿਹੇ ਦਬਾਅ ਪਾਏ ਗਏ ਸੀ। ਅੱਜ ਸਾਨੂੰ ਨਜ਼ਰ ਆ ਰਿਹਾ ਕਿ ਕਾਰਨ ਕੀ ਸੀ। ਉਸ ਵਕਤ ਇਹ ਖੁਲਾਸੇ ਨਹੀਂ ਹੋ ਰਹੇ ਸੀ। ਉਸ ਵਕਤ ਵੀ ਕਿਹਾ ਜਾ ਰਿਹਾ ਸੀ ਕਿਆ ਸਰਨਾ ਸਾਹਿਬ ਭਰਾਵਾਂ ਦੇ ਨਾਲ ਹੱਥ ਮਿਲਾ ਲਓ, ਮਗਰ ਜਿੱਥੇ ਰਾਜਨੀਤਿਕ ਪਾਰੂ ਹੋਏਗੀ ਉੱਥੇ ਧਰਮ ਨੂੰ ਥੱਲੇ ਕਰਤਾ ਜਾਏਗਾ। ਤਦ ਹੀ ਸਾਡੀ ਸਾਰੇ ਜਿਹੜੇ 27 ਮੈਂਬਰ ਜਿੱਤ ਕੇ ਆਏ ਸੀ, ਅੱਜ ਮਹਾਰਾਜ ਦੀ ਕਿਰਪਾ ਨਾਲ 29 ਮੈਂਬਰ ਹੋ ਗਏ। ਸਰਦਾਰ ਤਰਵਿੰਦਰ ਸਿੰਘ ਮਾਰਵਾ ਸਾਹਿਬ ਸਾਡੇ ਨਾਲ ਨੇ, ਸਰਦਾਰ ਹਰਵਿੰਦਰ ਸਿੰਘ ਸੰਧੂ ਸਾਹਿਬ ਸਾਡੇ ਨਾਲ ਨੇ। ਅੱਜ ਸਾਰੇ ਦੇ ਸਾਰੇ ਮੈਂਬਰਾਂ ਦਾ ਇੱਕੋ ਏਜੰਡਾ ਹੈ। ਜੇ ਰਾਜਨੀਤੀ ਕਰਨੀ ਹੈ, ਮਾਰਵਾ ਸਾਹਿਬ ਰਾਜਨੀਤਿਕ ਬੰਦੇ ਨੇ, ਆਪਣੇ ਇਲਾਕੇ ਦੇ ਵਿੱਚ ਆਪਣੇ ਅਲੱਗ ਪਲੇਟਫਾਰਮ ਤੇ ਰਾਜਨੀਤੀ ਕਰਦੇ ਆ। ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਉਹਨਾਂ ਨੇ ਕਦੀ ਰਾਜਨੀਤੀ ਨਹੀਂ ਵਾੜੀ। ਮੈਂ ਆਪ MLA ਰਿਹਾ, ਅਸੀਂ ਰਾਜਨੀਤੀ ਨੂੰ ਕਦੀ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਣ ਦਿਆਂਗੇ, ਔਰ ਇਹੀ ਅਸੀਂ ਗੱਲ ਕਰ ਰਹੇ ਹਾਂ। ਅੱਜ ਐਸੀ ਕਿਹੜੀ ਰਾਜਨੀਤਿਕ ਆ ਗਈ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਤੁਸੀਂ ਗੱਲ ਕਰ ਰਹੇ ਹੋ? ਅੱਜ ਸਰਨਾ ਸਾਹਿਬ ਨੂੰ ਕਿਆ ਜਵਾਬ ਮਿਲ ਗਿਆ? ਜੇ 24 ਸਾਲ ਤੋਂ ਸਰਨਾ ਸਾਹਿਬ ਬਾਦਲਾਂ ਨੂੰ ਪੰਥ ਦਾ ਦੋਖੀ ਕਹਿੰਦੇ ਸੀ, ਤੇ ਸੇਮ ਗੱਲ ਬਾਦਲ ਸਾਹਿਬ ਸਰਨਾ ਸਾਹਿਬ ਨੂੰ 1984 ਦੇ ਕਾਤਲਾਂ ਨੂੰ ਸਨਮਾਨ ਕਰਨ ਵਾਲੇ ਲੋਕ ਕਹਿੰਦੇ ਸੀ। ਇਹੀ ਸਟੇਜਾਂ ਦੇ ਉੱਤੇ ਜਿਹੜਾ ਸੱਜਣ ਟੈਟਲਰ ਵਰਗਿਆਂ ਨੂੰ, ਸੱਜਣ ਕੁਮਾਰ ਔਰ ਟੈਟਲਰ ਵਰਗਿਆਂ ਨੂੰ ਸਨਮਾਨਿਤ ਕੀਤਾ ਗਿਆ। ਅੱਜ ਉਹਨਾਂ ਦੇ ਨਾਲ ਅਕਾਲੀ ਦਲ ਸਾਂਝ ਪਾਉਣ ਜਾ ਰਿਹਾ। ਇਹੀ ਤੇ ਰਾਜਨੀਤੀ ਸਮਝ ਨਹੀਂ ਆ ਰਹੀ ਕਿ ਇੰਨੀ ਰਾਜਨੀਤੀ ਕਿਹੜੀ ਭਾਰੂ ਹੋ ਗਈ ਕਿ ਤੁਸੀਂ ਅੱਜ ਧਰਮ ਦੇ ਚੋਲੇ ਪਵਾ ਕੇ ਧਰਮ ਨੂੰ ਵੀ ਖਰਾਬ ਕਰਨ ਦੀ ਗੱਲ ਕਰ ਰਹੇ ਹੋ। ਚਿੰਤਾ ਦਾ ਵਿਸ਼ਾ ਹੀ ਸਾਡਾ ਅੱਜ ਇਹ ਵੇ ਕਿ ਰਾਜਨੀਤੀ ਤੁਸੀਂ ਕਰਨੀ ਹੈ, ਤੁਹਾਨੂੰ ਮੁਬਾਰਕ ਹੋਏ, ਮਗਰ ਤੁਸੀਂ ਧਰਮ ਦੇ ਚੋਲੇ ਪਾ ਕੇ ਆਪਣੇ ਪਰਿਵਾਰਾਂ ਦੀਆਂ ਗਲਤੀਆਂ, ਆਪਣੀਆਂ ਤੁਹਾਡੀਆਂ ਤਸਕਰੀਆਂ ਕੀਤੀਆਂ ਹੋਈਆਂ ਉਹ ਉਜਾਗਰ ਨਾ ਹੋ ਸਕਣ, ਉਸ ਤੋਂ ਗੁਰੇਜ਼ ਕਰੋ, ਧਰਮ ਦੇ ਚੋਲੇ ਨਾ ਪਾਏ ਜਾਣ। ਲੇਕਿਨ ਸਰ ਇਲਜ਼ਾਮਾਤ ਤਾਂ ਤੁਹਾਡੇ ਤੇ ਵੀ ਲੱਗ ਰਹੇ ਨੇ ਕਿ DSGM
DSGMC ਵੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦਾ ਉਹਦੇ ਇਸ਼ਾਰੇ ਤੇ ਚੱਲ ਰਹੀ ਹੈ। ਉਹਨਾਂ ਦਾ ਆਪੋਜੀਸ਼ਨ ਦਾ ਕਹਿਣਾ ਇਹ ਹੈ। ਤੁਸੀਂ ਦੇਖੋ, ਮੈਨੂੰ ਇੱਕ ਗੱਲ ਦੱਸ ਦਿਓ ਕਿ ਇੱਕ ਸਟੈਪ ਦੱਸ ਦਿਓ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਫੈਸਲੇ ਦੇ ਉੱਤੇ ਸਰਕਾਰ ਦੀ ਇੰਟਰਫੇਰੈਂਸ ਹੋਈ ਹੋਏ। ਅਸੀਂ ਕਿਸੇ ਸਰਕਾਰ ਦੀ ਇੰਟਰਫੇਰੈਂਸ ਨਹੀਂ ਚਾਹੁੰਦੇ, ਮਗਰ ਜਿਸ ਵਕਤ ਸਰਕਾਰਾਂ ਸਾਡੇ ਕੋਲ ਸਹਿਯੋਗ ਮੰਗਦੀਆਂ, ਕੋਈ ਪੁਰਬ ਮਨਾਉਣ ਦੇ ਵਿੱਚ, ਸਾਡੇ ਗੁਰੂਆਂ ਦੇ ਦਿਨ ਮਨਾਉਣਗੇ, ਅਸੀਂ ਉਹਨਾਂ ਦਾ ਸਾਥ ਦਿਆਂਗੇ। ਆਮ ਆਦਮੀ ਪਾਰਟੀ ਗੁਰਪੁਰਬ ਮਨਾਉਂਦੀ ਹੈ, ਅਸੀਂ ਉਹਨਾਂ ਦਾ ਵੀ ਸਾਥ ਦਿੰਦੇ ਹਾਂ। ਸਰਕਾਰ ਮਨਾਉਂਦੀ ਹੈ, ਅਸੀਂ ਉਹਨਾਂ ਦਾ, ਭਾਰਤੀ ਜਨਤਾ ਪਾਰਟੀ ਮਨਾਉਂਦੀ ਹੈ, ਅਸੀਂ ਪਾਰਟੀ ਕਰਕੇ ਨਹੀਂ ਦੇ ਰਹੇ, ਅਸੀਂ ਕੇਂਦਰ ਦੀ ਸਰਕਾਰ ਔਰ ਦਿੱਲੀ ਦੀ ਸਰਕਾਰ ਕਰਕੇ ਦੇ ਰਹੇ ਹਾਂ। ਸਰਕਾਰਾਂ ਦੇ ਨਾਲ ਤਾਲਮੇਲ ਕਰਕੇ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਚਲਾਣੇ ਸੌਖੇ ਹੁੰਦੇ ਨੇ। ਜਿਸ ਦਿਨ ਸਾਡੀਆਂ ਜਿਹੜੀਆਂ ਮੇਨ ਮੁੱਦੇ ਨੇ, ਜਿਹੜੀਆਂ ਸਾਡੀਆਂ ਮੇਨ ਡਿਮਾਂਡਸ ਨੇ ਸਰਕਾਰਾਂ ਤੋਂ, ਉਹਦੇ ਉੱਤੇ ਕਿੰਤੂ ਪਰੰਤੂ ਹੋਏਗੀ ਤੇ ਸਰਕਾਰਾਂ ਦੇ ਖਿਲਾਫ ਐਜੀਟੇਸ਼ਨ ਵੀ ਕਰਾਂਗੇ।